ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਡੀ ਵਿਚਾਰ ਹੈ ਪ੍ਰਾਚੀਨ ਪੰਥ ਪ੍ਰਕਾਸ਼ ਜੋ ਸਰਦਾਰ ਰਤਨ ਸਿੰਘ ਭੰਗੂ ਜੀ ਦੁਆਰਾ ਲਿਖਿਆ ਗਿਆ ਹੈ। ਅੱਜ ਜਦੋਂ ਸਾਨੂੰ ਇਤਿਹਾਸ ਬਾਰੇ ਸਾਡੇ ਵਿਦਵਾਨ, ਸਾਡੇ ਕਥਾਵਾਚਕ, ਸਾਡੇ ਧਰਮ ਦੇ ਪ੍ਰਚਾਰਕ ਕੋਈ ਗੱਲ ਸੁਣਾਉਣ ਲੱਗਦੇ ਹਨ ਤਾਂ ਉਸ ਇਤਿਹਾਸ ਦੇ ਕਰਤਾ ਦਾ, ਲਿਖਾਰੀ ਦਾ ਐਡਾ ਵੱਡਾ ਨਾਮ ਬਣਾ ਦਿੰਦੇ ਹਨ, ਉਸ ਦੀ ਇਤਨੀ ਜ਼ਿਆਦਾ ਵਡਿਆਈ ਕਰ ਦਿੰਦੇ ਹਨ ਕਿ ਆਮ ਸਿੱਖ ਫਿਰ ਉਸ ਲਿਖੇ ਹੋਏ ਗ੍ਰੰਥ ਵਿੱਚੋਂ ਕਿਸੇ ਵੀ ਗੱਲ ਉੱਤੇ ਕਿੰਤੂ ਪ੍ਰੰਤੂ ਕਰਨ ਯੋਗ ਨਹੀਂ ਰਹਿੰਦਾ। ਮੈਂ ਇੱਕ ਬੇਨਤੀ ਕਰ ਦੇਵਾਂ, ਵੈਸੇ ਤਾਂ ਸੂਰਜ ਕਦੀ ਛੁਪਦਾ ਨਹੀਂ, ਪਰ ਜੇ ਆਮ ਬੋਲੀ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਸੂਰਜ ਪੂਰਬ ਵੱਲੋਂ ਚੜ੍ਹਦਾ ਹੈ, ਪੱਛਮ ਵੱਲ ਛਿਪਦਾ ਹੈ। ਪਰ ਜੇ ਕੋਈ ਬੰਦਾ ਐਸੇ ਪਰਿਵਾਰ ਵਿੱਚ ਪੈਦਾ ਹੋਇਆ ਹੋਵੇ ਜਿਸ ਪਰਿਵਾਰ ਦੇ ਕਈ ਜੀਆਂ ਨੇ ਸ਼ਹੀਦੀ ਦਿੱਤੀ ਹੋਵੇ, ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੋਵੇ, ਔਰ ਬਾਅਦ ਵਿੱਚ ਉਹ ਬੰਦਾ ਵੀ ਕੁਰਬਾਨ ਹੋ ਗਿਆ ਹੋਵੇ, ਸ਼ਹੀਦ ਹੋ ਗਿਆ ਹੋਵੇ, ਅਗਰ ਉਹ ਬੰਦਾ ਇਹ ਲਿਖ ਜਾਵੇ ਕਿ ਸੂਰਜ ਜਿਹੜਾ ਪੂਰਬ ਵਿੱਚੋਂ ਨਹੀਂ ਚੜ੍ਹਦਾ, ਪੱਛਮ ਵਿੱਚੋਂ ਚੜ੍ਹਦਾ ਹੈ, ਕੀ ਅਸੀਂ ਉਸ ਨੂੰ ਸੱਚ ਮੰਨ ਲਵਾਂਗੇ? ਕੋਈ ਵੀ ਸਮਝਦਾਰ ਬੰਦਾ ਕਹੇਗਾ ਭਈ ਠੀਕ ਹੈ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਸੀਂ ਦੇਸ਼ ਕੌਮ ਲਈ ਬਹੁਤ ਕੁਝ ਕੀਤਾ, ਤੁਸੀਂ ਬਹੁਤ ਬਹਾਦਰ ਸੋ, ਤੁਸੀਂ ਬਹਾਦਰੀ ਦੇ ਕਾਰਨਾਮੇ ਕੀਤੇ, ਤੁਹਾਡਾ ਪਰਿਵਾਰ ਵੀ ਬਹੁਤ ਬਹਾਦਰੀ ਵਾਲਾ ਔਰ ਦੇਸ਼ ਭਗਤ ਪਰਿਵਾਰ ਹੈ, ਪਰ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੋ ਸਕਦਾ ਕਿ ਸੂਰਜ ਜਿਹੜਾ ਪੱਛਮ ਵਿੱਚੋਂ ਨਿਕਲਦਾ ਹੈ। ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਹੋਵੋ, ਪਰ ਇਹ ਗੱਲ ਤੁਹਾਡੀ ਸੱਚੀ ਨਹੀਂ ਹੈ, ਇਹ ਗੱਲ ਸਾਨੂੰ ਪ੍ਰਵਾਨ ਨਹੀਂ ਹੈ। ਇਸੇ ਲਈ ਹਰ ਸਿੱਖ ਨੂੰ ਜਦੋਂ ਇਤਿਹਾਸ ਨੂੰ ਪੜਚੋਲਣਾ ਹੈ ਤੇ ਆਪਣੇ ਦਿਮਾਗ ਉੱਤੇ ਕੋਈ ਲੋਡ ਨਹੀਂ ਰੱਖਣਾ ਕਿ ਲਿਖਾਰੀ ਜਿਹੜਾ, ਕਿਉਂਕਿ ਕਈ ਵਾਰ ਕੀ ਹੈ, ਲਿਖਿਆ ਕਿਸੇ ਹੋਰ ਨੇ ਹੁੰਦਾ, ਉਹ ਲੋਡ ਪਾਉਣ ਲਈ, ਭਾਰ ਪਾਉਣ ਲਈ ਕਿਸੇ ਮਹਾਨ ਹਸਤੀ ਦਾ ਨਾਂ ਲਿਖ ਦਿੱਤਾ ਜਾਂਦਾ ਤੇ ਉਹ ਫਿਰ ਉਸ ਦੇ ਭਾਰ ਸਦਕਾ ਅਸੀਂ ਆਪਣੇ ਸੋਚਣ ਵਾਲੇ ਤੰਤਰ ਨੂੰ ਤਾਲਾ ਲਾ ਦਿੰਦੇ, ਲੌਕ ਕਰ ਦਿੰਦੇ ਹਾਂ। ਇਸ ਤਰ੍ਹਾਂ ਕਰਕੇ ਅਸੀਂ ਰਾਹ ਤੋਂ ਕੁਰਾਹੇ ਪੈ ਜਾਂਦੇ ਹਾਂ। ਸਿੱਖ ਜਿਹੜਾ ਆਜ਼ਾਦ ਤਬੀਅਤ ਦਾ ਮਾਲਕ ਹੈ, ਨਿਤ ਨਵਾਂ ਨਰੋਆ, ਅਗਾਂਹ ਵਧੂ, ਸੱਚ ਨੂੰ ਸੱਚ, ਝੂਠ ਨੂੰ ਝੂਠ, ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿਣ ਵਾਲਾ ਸਿੱਖ ਹੈ। ਸਿੱਖ ਉਹ ਹੈ ਜਿਹੜਾ ਕੱਲ੍ਹ ਤੱਕ ਕੁਝ ਹੋਰ ਮੰਨਦਾ ਸੀ, ਜੇ ਅੱਜ ਉਸ ਨੂੰ ਸੱਚ ਪਤਾ ਲੱਗ ਗਿਆ ਤੇ ਉਹ ਪਬਲਿਕਲੀ ਲੋਕਾਂ ਦੇ ਸੰਗਤ ਸਾਹਮਣੇ ਕਹਿਣ ਤੋਂ ਡਰੇਗਾ ਨਹੀਂ ਪਈ ਮੈਨੂੰ ਕੱਲ੍ਹ ਤੱਕ ਆਹ ਗੱਲ ਗਲਤ ਪਤਾ ਸੀ, ਮੈਨੂੰ ਅੱਜ ਪਤਾ ਲੱਗੀ ਆ, ਅੱਜ ਮੈਂ ਆਪਣੀ ਪੁਰਾਣੀ ਗੱਲ ਦੀ ਮੁਆਫੀ ਮੰਗਦਾ ਤੇ ਮੈਂ ਅੱਜ ਤੁਹਾਨੂੰ ਦੱਸ ਰਿਹਾ ਅਸਲੀ ਗੱਲ ਭਾਈ ਆਹ ਗੱਲ ਸੱਚੀ ਆ, ਉਹ ਮੇਰੀ ਗੱਲ ਕੀਤੀ ਹੋਈ ਗਲਤ ਸੀ। ਸੋ ਅੱਜ ਚਲੋ ਆਪਾਂ ਇਤਿਹਾਸਕ ਪ੍ਰਸੰਗ ਸ਼ੁਰੂ ਕਰਦੇ ਹਾਂ। ਸਾਨੂੰ ਪਤਾ ਹੈ ਸਾਡੇ ਦੇਸ਼ ਵਿੱਚ ਪਹਿਲਾਂ ਪਠਾਨ ਆਏ, ਉਹਨਾਂ ਨੇ ਕਈ ਸਦੀਆਂ ਰਾਜ ਕੀਤਾ। ਉਸ ਤੋਂ ਬਾਅਦ ਮੁਗਲ ਆਏ, ਮੁਗਲਾਂ ਦੀਆਂ ਮੁੱਖ 7 ਪਾਤਸ਼ਾਹੀਆਂ ਹੋਈਆਂ, ਫਿਰ ਥੋੜ੍ਹੇ ਸਮੇਂ ਲਈ ਹੋਰ ਮੁਗਲਾਂ ਦੇ ਰਾਜੇ ਹੋਏ, ਬਾਅਦ ਵਿੱਚ ਅੰਗਰੇਜ਼ ਆ ਗਏ। ਅੱਜ ਦਾ ਜਿਹੜੀ ਸਾਡੀ ਵਿਚਾਰ ਹੈ ਉਹ ਮੁਗਲ ਕਾਲ ਨਾਲ ਸੰਬੰਧਿਤ ਹੈ। ਅਸੀਂ ਵਿਚਾਰ ਸਾਡੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਬਾਬਰ ਸੀ, ਪਹਿਲਾ ਬਾਦਸ਼ਾਹ ਮੁਗਲਾਂ ਦਾ ਸੀ, ਜਿਸ ਨੇ 1526 ਈਸਵੀ ਵਿੱਚ ਹਮਲਾ ਕੀਤਾ ਸੀ। ਐਮਨਾਬਾਦ, ਸੈਦਪੁਰ, ਜਿੱਥੇ ਗੁਰੂ ਨਾਨਕ ਪਾਤਸ਼ਾਹ ਵੀ ਸਨ। ਹੁਣ ਇਹ ਸਾਰੀ ਕਹਾਣੀ ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਕਿਵੇਂ ਲਿਖਦਾ ਹੈ, ਕੀ ਕਰਦਾ ਹੈ, ਉਹ ਆਪਾਂ ਥੋੜ੍ਹੇ ਲਫ਼ਜ਼ਾਂ ਵਿੱਚ ਜਾਣਾਂਗੇ। ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਰਾਏ ਭੋਇ ਦੀ ਤਲਵੰਡੀ
ਰਾਏ ਭੋਏ ਜਿਹੜਾ ਸੀ, ਇਸ ਗ੍ਰੰਥ ਅਨੁਸਾਰ ਕਹਾਣੀ ਸੁਣਾ ਰਿਹਾ, ਵਿਸ਼ਲੇਸ਼ਣ ਬਾਅਦ ਚ ਕਰਾਂਗਾ। ਰਾਏ ਭੋਏ ਜਿਹੜਾ ਸੀਗਾ ਉਹ ਉੱਥੋਂ ਦਾ ਜੋ ਮਾਲਕ ਸੀ ਬਲਵੰਡ, ਰਾਏ ਬਲਵੰਡ, ਉਸ ਦਾ ਪੁੱਤਰ ਸੀ। ਤੇ ਰਾਏ ਬਲਵੰਡ ਨੇ ਆਪਣੇ ਪੁੱਤਰ ਨੂੰ, ਰਾਏ ਭੋਏ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਕੋਲ ਅਰਪਣ ਕਰ ਦਿੱਤਾ ਸੀ, ਭੇਂਟ ਕਰ ਦਿੱਤਾ ਸੀ। ਔਰ ਉਸ ਦੀ ਜੋ ਤਾਲੀਮ ਹੈ, ਉਸ ਦੀ ਜੋ ਸਾਰੀ ਸੋਚ ਡਿਵੈਲਪ ਹੋਈ, ਉਹ ਗੁਰੂ ਨਾਨਕ ਪਾਤਸ਼ਾਹ ਦੀ ਛਤਰ ਛਾਇਆ ਤਹਿਤ ਹੋਈ। ਇਸ ਗ੍ਰੰਥ ਅਨੁਸਾਰ ਉਸ ਤੇ ਇਤਨੀ ਕਿਰਪਾ ਹੋਈ, ਉਹ ਰਾਏ ਭੋਏ ਦਿੱਲੀ ਦਾ ਵਜ਼ੀਰੇ ਆਜ਼ਮ ਬਣਿਆ। ਮੈਂ ਇਹ ਇਤਿਹਾਸਕ ਪੱਖੋਂ ਇਹ ਸਹੀ ਆ ਜਾਂ ਗਲਤ ਹੈ, ਉਹ ਅਲੱਗ ਖੋਜ ਦਾ ਵਿਸ਼ਾ। ਮੈਂ ਕਹਾਣੀ ਸੁਣਾ ਰਿਹਾ ਜੋ ਪ੍ਰਾਚੀਨ ਪੰਥ ਪ੍ਰਕਾਸ਼ ਨੇ ਲਿਖੀ ਹੈ। ਉਹ ਦਿੱਲੀ ਦਾ ਵਜ਼ੀਰੇ ਆਜ਼ਮ ਬਣ ਗਿਆ। ਉਧਰ ਦੌਲਤ ਖਾਨ ਲੋਧੀ, ਜਿਹਦੇ ਕੋਲ ਸੁਲਤਾਨਪੁਰ ਲੋਧੀ ਗੁਰੂ ਨਾਨਕ ਪਾਤਸ਼ਾਹ ਨੇ ਮੋਦੀ ਦੀ ਨੌਕਰੀ ਕੀਤੀ ਸੀ, ਉਹਦੀਆਂ 2 ਬੇਗਮਾਂ ਸਨ, ਉਹਨਾਂ ਦੇ ਕੋਈ ਬੱਚਾ ਨਹੀਂ ਸੀ। ਉਹ ਕਹਾਣੀ ਅਨੁਸਾਰ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਉਹ ਇਹਦੀਆਂ ਸਿੱਖ ਬਣ ਗਈਆਂ। ਤੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਦੋਨਾਂ ਨੂੰ 2-2 ਪੁੱਤਰ ਦਿੱਤੇ। ਜਿਹੜੇ 2 ਪੁੱਤਰ ਦਿੱਤੇ, ਗਾਜੀ ਖਾਨ, ਰਾਜ ਮਸਤ ਖਾਨ, ਔਰ ਦੂਜੀ ਬੇਗਮ ਦੇ ਹੋਏ ਮੀਰ ਖਾਨ ਤੇ ਜੌਲ ਖਾਨ। ਇਹ 4 ਪੁੱਤਰ ਸੁਲਤਾਨਪੁਰ ਲੋਧੀ ਦੇ ਜਿਹੜਾ ਨਵਾਬ ਸੀ ਦੌਲਤ ਖਾਂ, ਉਹਦੇ ਹੋਏ। ਲੋਧੀ ਵੰਸ਼ ਦਾ ਰਾਜ ਚੱਲ ਰਿਹਾ ਸੀ। ਇਹ ਬੜੇ ਹੀ ਸਮਝਦਾਰ ਬੱਚੇ ਸਨ। ਇਹ ਦਿੱਲੀ ਦੇ ਜਿਹੜੇ 22 ਪ੍ਰਾਂਤ ਸਨ, ਉਹਨਾਂ ਵਿੱਚੋਂ 4 ਪ੍ਰਾਂਤਾਂ ਦੇ ਸੂਬੇਦਾਰ ਬਣ ਗਏ। ਤੇ ਦਿੱਲੀ ਦਾ ਬਾਦਸ਼ਾਹ ਉਦੋਂ ਸਿਕੰਦਰ ਲੋਧੀ ਸੀ, ਜਿਸ ਨੂੰ ਕਾਣਾ ਕਹਿੰਦੇ, ਉਹਦੀ ਇੱਕ ਅੱਖ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਜਿਹੜਾ ਪੁੱਤਰ ਹੈ ਬੈਰਮ ਖਾਨ ਲੋਧੀ, ਉਹ ਤਖਤ ਤੇ ਬੈਠਾ। ਜਦੋਂ ਬੈਰਮ ਖਾਨ ਲੋਧੀ ਤਖਤ ਤੇ ਬੈਠਾ ਤੇ ਬੈਰਮ ਖਾਨ ਲੋਧੀ ਨੇ ਸਾਰੇ ਸੂਬੇਦਾਰਾਂ ਨੂੰ ਹਟਾ ਦਿੱਤਾ। ਤਾਂ ਜਿਹੜੇ ਬੱਚੇ ਛੋਟੇ ਹੁੰਦਿਆਂ ਉਹਨਾਂ ਖੇਡਦੇ ਹੁੰਦੇ ਸੀ, ਉਹਨਾਂ ਸਾਰਿਆਂ ਨੂੰ 22 ਸੂਬਿਆਂ ਦੇ ਸੂਬੇਦਾਰ ਬਣਾ ਦਿੱਤਾ। ਹੁਣ ਇਹ ਇੰਨੇ ਤਾਲੀਮ ਜ਼ਿਆਦਾ ਤੇ ਨਹੀਂ ਸਨ, ਓਨਲੀ ਸਿਫਾਰਸ਼ੀ ਸਨ। ਸਿੱਧੇ ਹੀ ਉਹਨਾਂ ਨੂੰ ਸੂਬੇਦਾਰ ਬਣਾ ਦਿੱਤਾ। ਕੋਈ ਅਕਲ ਉਹਨਾਂ ਨੂੰ ਹੈ ਨਹੀਂ ਸੀ। ਉਹਨਾਂ ਦੇ ਰਾਜਾਂ ਦੇ ਵਿੱਚ ਬੜੀ ਅਸ਼ਾਂਤੀ ਫੈਲ ਗਈ, ਬੜੀ ਅਰਾਜਕਤਾ ਫੈਲ ਗਈ। ਤਾਂ ਜਦੋਂ ਇਸ ਬਾਦਸ਼ਾਹ ਨੇ ਪੁੱਛਿਆ ਬੈਰਮ ਖਾਨ ਨੇ ਕਿ ਭਈ ਤੁਸੀਂ ਕੰਟਰੋਲ ਕਿਉਂ ਨਹੀਂ ਕਰਦੇ, ਉਹ ਕਹਿਣ ਲੱਗੇ ਅਸੀਂ ਕੰਟਰੋਲ ਤਾਂ ਕਰ ਲਈਏ, ਜਿਹੜੇ ਸੂਬੇਦਾਰਾਂ ਨੂੰ ਤੁਸੀਂ ਉਤਾਰਿਆ ਹੈ ਉਹ ਖਰਾਬੀ ਕਰਦੇ ਨੇ, ਮੰਨ ਲਓ ਸਮਾਜ ਦੇ ਵਿੱਚ ਉਹ ਅਰਾਜਕਤਾ ਫੈਲਾਉਂਦੇ ਨੇ, ਭਾਵ ਉਹ ਸਾਨੂੰ ਆਜ਼ਾਦੀ ਨਾਲ ਕੰਮ ਨਹੀਂ ਕਰਨ ਦਿੰਦੇ। ਇਸ ਬੈਰਮ ਖਾਨ ਜੋ ਰਾਜਾ ਸੀ, ਬਾਦਸ਼ਾਹ ਸੀ, ਇਸ ਨੇ ਸਾਰੇ ਪੁਰਾਣੇ ਸੂਬੇਦਾਰਾਂ ਨੂੰ ਮਰਵਾ ਦਿੱਤਾ। ਉਹਦੇ ਵਿੱਚ 4 ਪੁੱਤਰ ਦੌਲਤ ਖਾਨ ਲੋਧੀ, ਸੁਲਤਾਨਪੁਰ ਲੋਧੀ ਦੇ ਹਾਕਮ ਦੇ ਵੀ ਮਾਰ ਦਿੱਤੇ ਗਏ। ਔਰ ਜਿਹੜਾ ਰਾਏ ਭੋਏ ਸੀ, ਵਜ਼ੀਰੇ ਆਜ਼ਮ ਜਿਸ ਨੂੰ ਕਹਿੰਦੇ ਨੇ ਬੈਰਮ ਖਾਨ ਦਾ, ਉਸ ਨੇ ਇਸ ਦਾ ਵਿਰੋਧ ਕੀਤਾ ਕਿ ਮਹਾਰਾਜ ਤੁਸੀਂ ਠੀਕ ਨਹੀਂ ਕਰ ਰਹੇ। ਪਰ ਉਹ ਬੈਰਮ ਖਾਨ ਕਿੱਥੋਂ ਮੰਨਣ ਵਾਲਾ ਸੀ। ਉਸ ਨੇ ਗੁੱਸੇ ਵਿੱਚ ਆ ਕੇ ਰਾਏ ਭੋਏ ਨੂੰ ਵੀ ਕਤਲ ਕਰਵਾ ਦਿੱਤਾ। ਹੁਣ ਜਦੋਂ ਇਹ ਗੱਲ ਹੋਈ, ਜੋ ਸੁਲਤਾਨਪੁਰ ਲੋਧੀ ਦਾ ਨਵਾਬ ਸੀ, ਉਸ ਨੂੰ ਬਹੁਤ ਗੁੱਸਾ ਆਇਆ। ਦੌਲਤ ਖਾਂ ਸਿੱਧਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਪਹੁੰਚ ਗਿਆ। ਗੁਰੂ ਨਾਨਕ ਪਾਤਸ਼ਾਹ ਜਿਹੜੇ ਆ ਉਹ ਸੈਦਪੁਰ ਵਿੱਚ ਉਸ ਵੇਲੇ ਸਨ। ਆ ਕੇ ਸ਼ਿਕਾਇਤ ਕੀਤੀ, ਇਹਨਾਂ ਨੂੰ ਕਿਹਾ ਜੀ ਇਸ ਤਰ੍ਹਾਂ ਤੁਹਾਡੇ ਸਿੱਖਾਂ ਨੂੰ ਮਰਵਾ ਦਿੱਤਾ। ਕਿਹੜੇ? 4 ਇਸ ਦੇ ਪੁੱਤਰ ਔਰ ਇੱਕ ਜਿਹੜਾ ਰਾਏ ਭੋਏ ਸੀ ਉਸ ਨੂੰ ਮਰਵਾ ਦਿੱਤਾ। ਇਹ ਹੁਣ ਤੁਹਾਡੀ ਇੱਜ਼ਤ ਦੀ ਗੱਲ ਹੈ, ਇਹ ਤੁਸੀਂ ਇਸ ਦਾ ਬਦਲਾ ਲੈਣਾ, ਕਿਉਂਕਿ ਤੁਹਾਡੇ ਸਿੱਖ ਸਨ। ਤੇ ਗੁਰੂ ਨਾਨਕ ਪਾਤਸ਼ਾਹ
ਨੂੰ ਉਹ ਕਹਿ ਰਿਹਾ ਦੌਲਤ ਖਾਂ ਕਿ ਤੁਸੀਂ ਰਾਜ ਗੱਦੀ ਤੇ ਬੈਠੋ। ਮਤਲਬ ਜਿੱਦਾਂ ਰਾਜ ਗੱਦੀ ਤੇ ਬੈਠਣਾ ਉੱਠਣਾ ਜਿਵੇਂ ਆਪਣੇ ਘਰ ਦੀ ਗੱਲ ਹੁੰਦੀ ਹੈ, ਇਹ ਕਹਾਣੀ ਵਿੱਚ ਇਵੇਂ ਲਿਖਿਆ ਹੋਇਆ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਬੜਾ ਕੰਮ ਔਖਾ ਹੈ, ਅਸੀਂ ਤਾਂ ਨਾਮ ਬੰਦਗੀ ਨਾਲ ਜੁੜਨਾ ਹੈ, ਇਹ ਕੰਮ ਅਸੀਂ ਨਹੀਂ ਕਰਨਾ। ਫਿਰ ਉਸਨੇ ਸਲਾਹ ਦਿੱਤੀ, ਫਿਰ ਜੇ ਇਹ ਗੱਲ ਹੈ ਤਾਂ ਫਿਰ ਅਸੀਂ ਜਿਹੜਾ ਹੈ ਬਾਬਰ ਨੂੰ ਬੁਲਾ ਲੈਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਠੀਕ ਹੈ, ਬਾਬਰ ਨੂੰ ਬੁਲਾ ਲਓ, ਉਸ ਨੂੰ ਰਾਜ ਅਸੀਂ ਹਿੰਦੁਸਤਾਨ ਦਾ ਦੇ ਦਿੰਦੇ ਹਾਂ। ਇਹ ਬੰਦਾ ਜਿਹੜਾ ਦੌਲਤ ਖਾਂ ਲੋਧੀ ਹੈ, ਇਹ ਭੇਸ ਬਦਲ ਕੇ ਸੂਫੀ ਭੇਸ ਬਣਾ ਕੇ ਇੱਕ ਸੰਤਾਂ ਵਾਲਾ ਭੇਸ ਬਣਾ ਕੇ ਹੋਰ ਰਸਤੇ ਗਿਆ। ਇਸ ਨੂੰ ਸ਼ੱਕ ਸੀ ਕਿ ਜਿਹੜਾ ਵੈਰਮ ਖਾਂ ਆ ਉਹ ਇਸ ਨੂੰ ਰਾਸਤੇ ਵਿੱਚ ਪਕੜ ਕੇ ਮੁਰਵਾ ਦੇਗਾ। ਇਸ ਕਰਕੇ ਇਹ ਲੰਮੇ ਰਾਸਤਾ ਕਿਤੇ ਔਜੜੇ ਪੈ ਕੇ ਜੰਗਲਾਂ ਵਿੱਚ ਹੁੰਦਾ ਹੋਇਆ ਇਹ ਬਾਬਰ ਦੇ ਕੋਲ ਪਹੁੰਚਿਆ। ਉੱਥੇ ਮਿਲਣਾ ਬੜਾ ਔਖਾ ਹੈ, ਰਾਜੇ ਨੂੰ ਮਿਲਣਾ ਕਿਹੜਾ ਸੌਖਾ। ਖੈਰ ਇਸ ਨੇ ਅਰਦਾਸ ਕੀਤੀ, ਇਸ ਨੂੰ ਜਲਦੀ ਹੀ ਬਾਬਰ ਨਾਲ ਮਿਲਾਪ ਹੋ ਗਿਆ। ਜਦੋਂ ਬਾਬਰ ਨਾਲ ਮਿਲਾਪ ਹੋਇਆ, ਬਾਬਰ ਕਹਿੰਦਾ ਵੀ ਰਾਜ ਤਾਂ ਅਸੀਂ ਲੈ ਲਾਂਗੇ, ਪਰ ਜੇ ਉੱਥੋਂ ਦਾ ਫਕੀਰ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ, ਜਿਹੜਾ ਵੱਡਾ ਫਕੀਰ ਹੈ ਗੁਰੂ ਨਾਨਕ ਪਾਤਸ਼ਾਹ, ਜੇ ਉਹ ਰਾਜ ਦੇਣਗੇ, ਉਹ ਮੰਨਣਗੇ ਤਾਂ ਮੈਂ ਰਾਜ ਲਊਂ। ਤਾਂ ਇਸ ਨੇ ਦੱਸਿਆ ਕਿ ਮੈਨੂੰ ਉਸਨੇ ਹੀ ਭੇਜਿਆ। ਅਤੇ ਬਾਬਰ ਆਪਣੀਆਂ ਫੌਜਾਂ ਲੈ ਕੇ ਸਭ ਕੁਛ ਲੈ ਕੇ ਉਹ ਸੈਦਪੁਰ ਐਮਨਾਬਾਦ ਆ ਗਿਆ। ਉੱਧਰ ਗੁਰੂ ਨਾਨਕ ਪਾਤਸ਼ਾਹ ਭਗਤੀ ਕਰ ਰਹੇ ਸੀ ਰੋਡਾਂ ਦੇ ਉੱਤੇ ਬੈਠ ਕੇ। ਤਾਂ ਬਾਬਰ ਨੇ ਕਿਹਾ, ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ, ਦੌਲਤ ਖਾਂ ਨੂੰ ਕਿਹਾ ਵੀ ਸਾਡੇ ਸਾਹਮਣੇ ਕੋਈ ਟਿਕਦਾ ਨਹੀਂ, ਤੇ ਮੈਨੂੰ ਪਤਾ ਉਹ ਪਹਾੜਾਂ 'ਤੇ ਚੜ੍ਹ ਕੇ ਕਿਤੇ ਲੁੱਕ ਗਿਆ ਹੈ। ਨਾਲ ਇਹ ਵੀ ਕਿਹਾ ਸੀ ਵੀ ਜੇ ਉਹ ਸਾਡੇ ਸਮਝ ਅਨੁਸਾਰ ਕੰਮ ਨਾ ਕੀਤਾ ਅਸੀਂ ਕਤਲ ਕਰ ਦਿਆਂਗੇ, ਮਾਰ ਦਿਆਂਗੇ। ਖੈਰ ਦੌਲਤ ਖਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਲੱਭਿਆ, ਸਾਰੀ ਗੱਲ ਦੱਸੀ। ਗੁਰੂ ਨਾਨਕ ਪਾਤਸ਼ਾਹ ਚੱਲ ਕੇ ਆਏ, ਬਾਬਰ ਨਾਲ ਗੱਲਬਾਤ ਹੋਈ। ਬਾਬਰ ਨਾਲ ਗੱਲਬਾਤ ਹੋਣ ਤੋਂ ਬਾਅਦ ਦੇ ਵਿੱਚ ਸਾਰਾ ਐਗਰੀਮੈਂਟ ਹੋਇਆ ਵੀ ਰਾਜ ਤੁਸੀਂ ਕਰਨਾ, ਪ੍ਰਜਾ ਨੂੰ ਤੰਗ ਨਹੀਂ ਕਰਨਾ। ਜੋ ਵੀ ਐਗਰੀਮੈਂਟ ਆਪਣਾ ਉਹਨਾਂ ਦਾ ਆਪਸ ਵਿੱਚ ਸਹਿਮਤੀ ਹੋ ਗਈ। ਜਦੋਂ ਸਹਿਮਤੀ ਹੋ ਗਈ ਔਰ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਤੋਂ ਪਹਿਲਾਂ ਦੌਲਤ ਖਾਂ ਨੂੰ ਪੁੱਛਿਆ ਮੈਂ ਭੇਟਾ ਕੀ ਲੈ ਕੇ ਜਾਵਾਂ। ਦੌਲਤ ਖਾਂ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਕੋਈ ਵੀ ਭੇਟਾ ਪ੍ਰਵਾਨ ਨਹੀਂ ਕਰਦੇ। ਪਰ ਬਾਬਰ ਨਹੀਂ ਮੰਨਿਆ। ਬਾਬਰ ਕਹਿੰਦਾ ਕਿ ਮਹਾਂਪੁਰਸ਼ਾਂ ਕੋਲ ਜਾਣਾ ਹੁੰਦਾ ਅਤੇ ਭੇਟਾ ਲੈ ਕੇ ਹੀ ਜਾਣਾ ਬਣਦਾ, ਮੈਂ ਕੀ ਲਿਜਾਵਾਂ। ਹੁਣ ਦੌਲਤ ਖਾਂ ਜੋ ਸਲਾਹ ਦੇ ਰਿਹਾ ਉਹ ਜਰਾ ਹਰ ਨੁਕਤਾ ਨੋਟ ਕਰਨਾ, ਇਹ ਗ੍ਰੰਥ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਨੇ। ਉਹਨੂੰ ਕਿਹਾ ਵੀ ਠੀਕ ਹੈ, ਭੇਟਾ ਕਰਨੀ ਹੈ ਅਤੇ ਭੰਗ ਲੈ ਲਓ। ਬਾਬਰ ਨੇ ਭੰਗ ਦੀ ਥੈਲੀ ਭਰਵਾ ਲਈ, ਭੰਗ ਦਾ ਬੈਗ ਭਰਵਾ ਲਿਆ ਅਤੇ ਉਹ ਲੈ ਕੇ ਚਲਾ ਗਿਆ। ਅੱਗੇ ਜਾ ਕੇ ਮੱਥਾ ਟੇਕਿਆ। ਗੁਰੂ ਨਾਨਕ ਪਾਤਸ਼ਾਹ ਨਾਲ ਗੱਲਬਾਤ ਹੋਈ, ਸਾਰੀ ਗੱਲ ਹੋ ਗਈ। ਜਦੋਂ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋ ਗਏ, ਆ ਤੁਹਾਨੂੰ ਉਹ ਗੱਲ ਦੱਸਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਖੁਸ਼ ਹੋ ਗਏ। ਤਾਂ ਅੱਛਾ ਇੱਕ ਗੱਲ ਹੋਰ ਇਹਦੇ ਵਿੱਚ ਹੋਈ। ਉਹ ਗੱਲ ਇਹ ਹੋਈ ਕਿ ਬਹੁਤ ਸਾਰੇ ਵਿਚਾਰ ਵਟਾਂਦਰੇ ਗੁਰੂ ਨਾਨਕ ਪਾਤਸ਼ਾਹ ਨਾਲ ਹੋਏ। ਅਤੇ ਉੱਥੇ ਕਿਤੇ ਬਾਬਰ ਨੇ ਕਿਹਾ ਸੀ ਕਿ ਅਸੀਂ ਰਾਜ ਤਾਂ ਲਵਾਂਗੇ ਆਪਣੇ ਜੋ ਹਜ਼ਰਤ ਮੁਹੰਮਦ ਕੋਲੋਂ। ਇੱਥੇ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਵੀ ਤੁਸੀਂ ਤਾਂ ਹਜ਼ਰਤ ਮੁਹੰਮਦ ਕੋਲੋਂ ਰਾਜ ਲੈਣ ਲਈ ਕਹਿ ਰਹੇ ਸੀ। ਅਤੇ ਬਾਬਰ ਕਹਿੰਦਾ ਵੀ ਲੈਣਾ ਤਾਂ ਉਹਦੇ ਤੋਂ ਹੀ ਸੀ, ਪਰ ਉਹ ਹੁਣ 7ਵੇਂ ਅਸਮਾਨ 'ਤੇ ਰਹਿੰਦਾ ਹੈ ਅਤੇ ਉੱਥੇ ਪੁੱਜਣਾ ਮੇਰਾ ਔਖਾ ਹੈ। ਫਿਰ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਕਾਸਾ ਹੱਥ ਕਿਤਾਬ ਕੱਚ, ਗੁਰੂ ਨਾਨਕ ਪਾਤਸ਼ਾਹ ਦਾ ਪੜ੍ਹਦੇ ਆ ਨਾ, ਕਾਸਾ ਮਤਲਬ ਇੱਕ ਡੰਡਾ, ਮੋਟਾ ਡੰਡਾ ਬਾਬਰ ਨੂੰ ਦਿੱਤਾ। ਉਹਨੂੰ ਕਿਹਾ ਵੀ ਲੈ ਇਹਦੇ 'ਤੇ ਸਵਾਰ ਹੋ ਜਾਓ, ਇਹ ਇਤਿਹਾਸ ਹੈ ਸਾਡਾ। ਬਾਬਰ ਨੂੰ ਕਿਹਾ ਇਹ ਡੰਡੇ 'ਤੇ ਸਵਾਰ ਹੋ ਜਾਓ, ਡੰਡਾ ਲੈ ਕੇ ਜਾਓ ਔਰ ਤੁਸੀਂ ਜਾਓ। ਬਾਬਰ ਉਸ ਡੰਡੇ ਨੂੰ ਜਹਾਜ਼ ਬਣਾਇਆ ਹੈ। ਉਹ ਡੰਡਾ ਲੈ ਕੇ ਉਹ 7ਵੇਂ ਅਸਮਾਨ 'ਤੇ ਪਹੁੰਚ ਗਿਆ। ਉੱਥੇ ਸੱਚਖੰਡ ਜਿੱਥੇ ਭਜਨ ਬੰਦਗੀ ਹੋ ਰਿਹਾ ਸੀ, ਕੀਰਤਨ ਹੋ ਰਿਹਾ ਸੀ, ਦਰਬਾਰ, ਉੱਥੇ ਸਿੱਖ ਕੀਰਤਨ ਕਰ ਰਹੇ ਸੀ, ਬਾਣੀ ਪੜ੍ਹ ਰਹੇ ਸਨ। ਉਹ ਦਰਵਾਜ਼ਾ ਨਹੀਂ ਖੁੱਲ੍ਹਦਾ ਸੀ। ਫਿਰ ਉੱਥੇ ਦਰਵਾਜ਼ਾ
खुलिया, वाहिगुरू सतनाम का जाप किया, दरवाज़ा खुल गया, अंदर देखिया। फिर उत्थों बाद दे विच हज़रत मुहम्मद दे कोल आया, वो भी नमाज पढ़ रहे सी। उहदे जिहड़े 4 मरीद वो पिछे खड़े सन, होर बहुत सारे जिहड़े मुसलमान पिछे खड़े होकर नमाज पढ़ रहे। जदों हज़रत मुहम्मद वेले होए, उन्हां नाल गल करन लगे कि भई मैनू राज चाहीदा हिंदुस्तान दा। ते इस कहानी का करता, इस ग्रंथ का करता कहते आ कि हज़रत मुहम्मद ने कहा मेरे को सिर्फ खुरासान का राज सी, भाव मेरा अधिकार खेतर खुरासान के राज तक सीगा। मैं वो तिमर लंग नूं दे चुका हाँ, अगे उहदे वारसां दे कोल वो राज है। तो जे हिंदुस्तान का राज लेना तो जा के गुरु नानक की मिहनत कर लै, उहनूं कन्विंस कर लै, उहनूं समझा लै। वो राज हिंदुस्तान का गुरु नानक पातशाह ही दे सकते। मतलब एक इतिहास है, एक कहानी आ, साडा इतिहास सुनते जाओ जरा कि यह गुरु नानक का मत है। उन्होंने जो शख्सियत नूं गुरु ग्रंथ साहब विचों तकोगे वो किहो जी है। कर्मकंड पखंड कहानियां तो सानू होड़दी है, पर आ जिहड़े ग्रंथ ने सानू इन्हां पखंड कहानियां दे नाल नरड़दे ने, रस्से पा के बन्हदे ने। सो उत्थों हज़रत मुहम्मद दे कोलों ये बाबर निम्मू झूना जिहा हो के आ गया। तो हुण किहड़े मूँह नाल गल करां, मैं तो बड़ा आकड़ विच गया सी कि साडा जिहड़ा पैगंबर है वड्डा है, राज वो तो लऊँगा। फिर आके ये मिलिया जो है दौलत खां नूं, कहा फिर मैनू गुरु नानक नूं मिला दो। गुरु नानक नूं दौलत खां ने बुलाया तो उदों इन पुछया भी भेटा की है। दौलत खां कहंदा कोई भेटा नहीं चाहिए। फिर भी कहंदे भी वड्डियां को जाइए, महापुरुषों को जाइए, भेटा लैके जाना। दौलत खां ने कहा भंग लै चलो। उत्थे फिर विचार वटांदरा बाबर नाल गुरु नानक पातशाह दा होया। इन्हां दा आपस विच समझौता होया, एग्रीमेंट होया भी तुसीं जे सुलह सफाई नाल दयानतदारी नाल राज करोगे तो ठीक है, पर जे तुसीं कोई गलत काम कीता असीं राज वापस लै लेना। खैर दयानतदारी नाल काम करो, ये गल होई। तो बाबर कहंदा दयानतदारी नाल काम करांगे। जदों गुरु नानक पातशाह पूरी तरह कन्विंस हो गए, सहमत हो गए, तसल्ली हो गई, फिर गुरु नानक पातशाह ने झोली की, कहा भी जिहड़ी भेटा है वो लैके आओ, भाव भंग लियाओ। फिर भंग दियां 7 मुट्ठां बाबर ने गुरु नानक पातशाह की झोली विच पाईयां। यह भंग की जड़ है सिखां विच। यह साडे ग्रंथ दे लिखारियां ने, हालांकि यह जिहड़ा ग्रंथ है ना, यह ग्रंथ लिखिया गया 1840-45 विच। वो घटना है 1526 दी। 300 साल बाद पता नहीं कित्थों साडे विद्वान सुपना लैके ग्रंथ लिख देंदे ने। उन्हें तो लिख दिता, पर असी सिख हाँ यार। सिख तो वो हुंदा जिहड़ा हमेशा जागदा रहे, कदी सौना नहीं, सतर्क रहे। हर चीज़ च उसने क्यों किवें किदां ये पुछना है, पर असी तो वो क्यों किवें वाली गल ही खत्म कर दी, कहंदे तर्क नहीं करनी। 300 साल बाद इतिहास लिखिया जा रहा गुरु नानक पातशाह का। 1526 की घटना लिख रहे 1840-45 दे विच, 300 साल तो समा हो गया। 7 मुट्ठां भंग दियां गुरु नानक पातशाह ने झोली विच पवाइयां ते 7 पातशाहियां उन्होंने बख्श दित्तियां। तो फिर गुरु नानक पातशाह कहने लगे भी जे तुसीं तंग कीता तो असीं राज वापस लै लेना है। तो बाबर कहने लगा, जिद्दां कहंदे हुंदे ना भी हथ पैर थल्ले बटेरा आ गया भी हुण तूं कौन ते मैं कौन। बाबर कहने लगा चीज़ दे के लैना तो इवें हुंदी जिवें थुक के चटना। तुसीं सानू दे दिता, हुण वापस लैण वाली गल ना करो। फिर गुरु नानक पातशाह ने कहा कि जे तुहाडे अगे आउण वालियां पीढ़ियां ने ज्यादती कीती, असी राज वापस लै लवांगे, असी सिर देवांगे। 7 पातशाहियां, 7 सिर
ਦਿੱਤੇ। ਪੰਚਮ ਪਾਤਸ਼ਾਹ ਦੀ ਸ਼ਹੀਦੀ, ਨੌਵੇਂ ਪਾਤਸ਼ਾਹ ਦੀ ਸ਼ਹੀਦੀ, 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ 7ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਵਿੱਚ ਇਹ ਲਿਖਿਆ ਹੋਇਆ। ਉਹ ਕਹਿੰਦੇ ਸਾਨੂੰ ਵੀ ਹੁਣ ਸਿਰ ਲਾਉਣਾ ਪੈਣਾ। ਇਹ ਸਾਡਾ ਖੋਖਲਾ ਇਤਿਹਾਸ ਹੈ। ਜੇ ਇਸ ਇਤਿਹਾਸ ਨੂੰ ਮੰਨਾਂਗੇ ਤੇ ਫਿਰ ਪਤਾ ਕੀ ਹੈ, ਫਿਰ ਭਾਈ ਸਾਰੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਉਹਨਾਂ ਨੂੰ ਮਾਫੀ ਹੋ ਜਾਂਦੀ ਹੈ। ਭਾਈ ਇਹ ਤਾਂ ਤੁਸੀਂ ਦੇਣਾ ਸੀ, ਉਹਨੇ ਲੈਣਾ ਸੀ, ਰਾਜ ਵਾਪਸ ਲੈਣਾ ਸੀ, ਸ਼ਹੀਦੀ ਤੁਹਾਨੂੰ ਦੇਣੀ ਪੈਣੀ। ਉਹ ਤਾਂ ਕਰਜ਼ਾ ਚੁੱਕਿਆ, ਉਹਦਾ ਕਰਜ਼ੇ ਦਾ ਵਿਆਜ ਸੀ, ਤਾਂ ਪਾਪ ਕਿਸ ਨੇ ਕਿੱਦਾਂ ਕੀਤਾ। ਇਹੋ ਜਿਹਾ ਇਤਿਹਾਸ ਲਿਖਿਆ ਹੋਇਆ। ਤੇ ਆ ਲਿਖਿਆ ਹੋਇਆ, ਜੋ ਸਤਿਗੁਰ ਸੁਣ ਭਇਓ ਦਿਆਲਾ, ਭੰਗ ਥੈਲਿਓ ਮੰਗ ਲਿਓ ਤਤਕਾਲਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦਿਆਲ ਹੋਏ ਤਾਂ ਉਹਨੇ ਕਿਹਾ ਲਿਆਓ ਥੈਲਾ, ਭੰਗ ਦੇ ਦਿਓ। ਜਬ ਗੁਰ ਕਰਿਓ ਉਚਾਰ, ਭੰਗ ਬਦਲੇ ਸਭ ਹਿੰਦ ਦੇਈ। ਜਬ ਗੁਰੂ ਕਰਿਓ ਉਚਾਰ, ਭੰਗ ਬਦਲੇ ਸਭ ਹਿੰਦ ਦੇਈ। ਅੱਗੇ ਲਿਖਿਆ, ਨਿਜ ਬਚਨੇ ਗੁਰ ਜੋ ਦੁੱਖ ਪਾਇਓ। ਜਿਹੜਾ ਸਾਰਾ ਦੁੱਖ ਗੁਰੂ ਸਾਹਿਬਾਨ ਨੇ ਪਾਇਆ ਉਹ ਨਿਜ ਬਚਨਾ ਕਰਕੇ ਪਾਇਆ। ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਸੀ। ਬਿਨਾਂ ਕੁਛ ਸੋਚੇ ਸਮਝੇ ਮੁਗਲਾਂ ਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦੇ ਦਿੱਤੀ ਸੀ। ਇਹ ਸਾਰੀ ਕਹਾਣੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੀ ਹੋਈ ਹੈ। ਕਾਰਨ ਕਿ ਜਿਹੜੇ ਪਠਾਨ ਸਨ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਮਾਰਿਆ। ਉਹਦਾ ਬਦਲਾ ਲੈਣ ਲਈ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਸਜ਼ਾ ਦੇਣ ਲਈ ਬਾਬਰ ਨੂੰ ਆਪ ਸੁਨੇਹਾ ਦੇ ਕੇ ਬੁਲਾਇਆ ਤੇ ਉਹਨਾਂ ਕੋਲੋਂ 7 ਮੁੱਠਾਂ ਭੰਗ ਦੀਆਂ ਲੈ ਕੇ ਸਾਰੇ ਹਿੰਦੁਸਤਾਨ ਦਾ ਰਾਜ ਦੇ ਦਿੱਤਾ। ਜੇ ਇਹ ਸਿੱਖਾਂ ਦੇ ਇਤਿਹਾਸਕ ਸਰੋਤ ਹਨ ਤਾਂ ਫਿਰ ਹਿੰਦੁਸਤਾਨ ਦੇ ਲੋਕ ਤਾਂ ਇਹੀ ਕਹਿਣਗੇ ਕਿ ਸਾਡੀ ਮੁਗਲਾਂ ਦੀ ਗੁਲਾਮੀ ਦਾ ਕਾਰਨ ਸਿਰਫ ਸਿੱਖ ਹਨ, ਸਿੱਖਾਂ ਦੇ ਗੁਰੂ ਨਾਨਕ ਪਾਤਸ਼ਾਹ ਹਨ। ਕੀ ਸਿੱਖਾਂ ਕੋਲ ਕੋਈ ਜਵਾਬ ਹੈ? ਕੀ ਸਾਡੇ ਕੋਲ ਕੋਈ ਜਵਾਬ ਹੈ? ਜੇਕਰ ਇਹਨਾਂ ਗ੍ਰੰਥਾਂ ਨੂੰ ਇਤਿਹਾਸਕ ਸੋਮੇ ਮੰਨਾਂਗੇ ਤਾਂ ਸਾਡੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ, ਕਿਉਂਕਿ ਅਸੀਂ ਤੇ ਇਹਨਾਂ ਗ੍ਰੰਥਾਂ ਦੀ ਕਥਾ ਕਰਦੇ ਹਾਂ। ਅਸੀਂ ਕਹਿ ਰਹੇ ਸਾਡੇ ਧਾਰਮਿਕ ਇਤਿਹਾਸਕ ਸਰੋਤ ਨੇ। ਫਿਰ ਇਹ ਸਾਡੇ ਇਤਿਹਾਸਕ ਸਰੋਤਾਂ ਵਿੱਚੋਂ ਪੜ੍ਹ ਕੇ ਜਦੋਂ ਉਹਨਾਂ ਨੇ ਸਾਰਾ ਜਿਹੜਾ ਇਲਜ਼ਾਮ ਸਾਡੇ ਸਤਿਗੁਰੂ ਨਾਨਕ ਪਾਤਸ਼ਾਹ 'ਤੇ ਲਗਾ ਦਿੱਤਾ, ਫਿਰ ਸਾਨੂੰ ਗੁੱਸਾ ਆਉਣਾ। ਸੱਚਾਈ ਤਾਂ ਇਹ ਹੈ ਕਿ ਸਿੱਖਾਂ ਨੇ 10 ਗੁਰੂ ਸਾਹਿਬਾਨ ਨੇ, ਸਿੱਖ ਯੋਧਿਆਂ ਨੇ ਉਦਮ ਕਰਕੇ ਮਿਹਨਤ ਕਰਕੇ ਹਿੰਦੁਸਤਾਨ ਜਿਹੜਾ ਕਈ ਸਦੀਆਂ ਤੋਂ ਗੁਲਾਮ ਸੀ ਉਸ ਨੂੰ ਆਜ਼ਾਦੀ ਦਾ ਚਾਨਣ ਦਿਖਾਇਆ, ਆਜ਼ਾਦ ਕਰਵਾਇਆ ਸੀ ਸਿੱਖਾਂ ਨੇ। ਪਰ ਆ ਜਿਹੜੇ ਗ੍ਰੰਥ ਜਿਨ੍ਹਾਂ ਨੂੰ ਆਪਣੇ ਕਹਿ ਰਹੇ ਹੋ ਇਹਨਾਂ ਅਨੁਸਾਰ ਐਸਾ ਨਹੀਂ ਆ। ਵਾਰ-ਵਾਰ ਮੈਂ ਬੇਨਤੀ ਕਰਦਾ ਭਾਈ ਜਾਗ ਜਾਵੋ, ਜਿੰਨਾ ਜਲਦੀ ਹੋ ਸਕੇ ਇਹਨਾਂ ਗ੍ਰੰਥਾਂ ਤੋਂ ਖਹਿੜਾ ਛੁਡਵਾ ਲਵੋ। ਇਸ ਗ੍ਰੰਥ ਵਿੱਚੋਂ ਬਹੁਤ ਸਾਰੀਆਂ ਵੀਡੀਓ ਅੱਗੇ ਬਣਾਵਾਂਗੇ। ਹਰ ਜਗ੍ਹਾ ਜਿਹੜਾ ਮਹਾਨ ਹੋਇਆ, ਜਿਹੜਾ ਹੀਰੋ ਹੋਇਆ ਉਸ ਨੂੰ ਜ਼ੀਰੋ ਬਣਾਇਆ। ਜਿਹੜਾ ਸਰਕਾਰ ਨਾਲ ਰਲ ਗਿਆ ਮੁਗਲਾਂ ਜਾਂ ਪਠਾਨਾਂ ਨਾਲ ਉਸ ਨੂੰ ਹੀਰੋ ਬਣਾ ਦਿੱਤਾ। ਦੋਨੋਂ ਸਿੱਖ ਨੇ, ਦੋਨਾਂ ਨੇ ਸਿੱਖੀ ਪਹਿਰਾਵਾ ਪਹਿਨਿਆ ਹੋਇਆ, ਜੋ ਦੋਨੋਂ ਹੀ ਕਹਿ ਰਹੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ। ਪਰ ਇੱਕ ਸਿੱਖ ਉਹ ਆ ਜਿਹੜਾ ਜ਼ੁਲਮ ਨਾਲ ਟੱਕਰ ਲੈ ਰਿਹਾ, ਦੂਜਾ ਸਿੱਖ ਉਹ ਆ ਜਿਹੜਾ ਜ਼ਾਲਮ ਦੇ ਨਾਲ ਸਮਝੌਤਾ ਕਰਕੇ ਆਪਣੇ ਸਿੱਖ ਭਰਾ ਨੂੰ ਮਰਵਾ ਰਿਹਾ। ਇਹ ਇਤਿਹਾਸ ਇਹਨਾਂ ਗ੍ਰੰਥਾਂ 'ਚ ਭਾਵੇਂ ਸੂਰਜ ਪ੍ਰਕਾਸ਼ ਗ੍ਰੰਥ ਹੋਵੇ ਭਾਵੇਂ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਹੋਵੇ, ਇਹਨਾਂ ਵਿੱਚ ਆਹ ਹੀ ਕੁਛ ਲਿਖਿਆ ਹੋਇਆ।
ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ। ਭਾਈ ਬੇਨਤੀ ਕਰਦੇ ਹਾਂ ਸਿੱਖਾਂ ਨੂੰ, ਸਿੱਖੋ ਜਾਗ ਜਾਵੋ, ਇਤਿਹਾਸ ਨੂੰ ਪੜ੍ਹੋ, ਸਮਝੋ, ਤਾਂ ਕਿ ਜੋ ਸਾਡਾ ਨਹੀਂ ਹੈ, ਜੋ ਸਾਡੀ ਗੁਰੂ ਦੀ ਤਸਵੀਰ ਨਾਲ ਨਹੀਂ ਰਲਦਾ, ਕਿਉਂਕਿ ਗੁਰੂ ਦੀ ਤਸਵੀਰ ਸੀ, ਇੱਕ ਤਸਵੀਰ ਹੁੰਦੀ ਹੈ, ਇੱਕ ਤਸਵੀਰ ਹੁੰਦੀ ਹੈ। ਅਸੀਂ ਤਸਵੀਰ ਦੀ ਪੂਜਾ ਤਾਂ ਬਹੁਤ ਕਰਦੇ ਹਾਂ, ਉਹ ਅਸੀਂ ਭਾਂਤ ਦੀਆਂ ਤਸਵੀਰਾਂ ਬਣਾ ਲਈਆਂ। ਗੁਰੂ ਦੀ ਤਸਵੀਰ ਨੂੰ ਅਸੀਂ ਭੁੱਲੇ ਹੈ। ਗੁਰੂ ਦੀ ਤਸਵੀਰ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਣੀ ਹੈ, ਔਰ ਉਸ ਤਸਵੀਰ ਨੂੰ ਸਮਝ ਕੇ ਇਸ ਨੂੰ ਸਮਝਣਾ, ਇਤਿਹਾਸ ਨੂੰ, ਕਿ ਇਹ ਕੀ ਲਿਖਿਆ। ਪੂਰੇ ਗ੍ਰੰਥ ਵਿੱਚ ਕੋਈ ਸੰਨ ਸੰਮਤ ਸਹੀ ਨਹੀਂ ਲਿਖਿਆ ਹੋਇਆ। ਉਹ ਅਸੀਂ ਅਗਲੀ ਵੀਡੀਓ ਵਿੱਚ ਵਿਚਾਰ ਕਰਾਂਗੇ। ਇਤਿਹਾਸਕ ਸੋਮਾ ਉਹ ਹੁੰਦਾ ਜਿਹਦੇ ਵਿੱਚ ਕੋਈ ਤਰੀਕ ਸੰਨ ਤਾਂ ਲਿਖਿਆ ਹੋਵੇ। ਇਹਦੇ ਵਿੱਚ ਜਿੰਨੇ ਤਰੀਕ ਸੰਨ ਲਿਖੇ ਨੇ ਉਹ ਸਾਰੇ ਗਲਤ ਨੇ। ਕਿਉਂ? ਅਸੀਂ ਉਹਨਾਂ ਤਰੀਕ ਸੰਨ ਸੰਮਤਾਂ ਨੂੰ ਹੋਰ ਸਮੇਂ ਦੇ ਸਮਕਾਲੀ ਇਤਿਹਾਸ ਨਾਲ ਦੇਖ ਕੇ ਸਮਝ ਸਕਦੇ ਹਾਂ, ਮੁਗਲਾਂ ਦੇ ਇਤਿਹਾਸ ਨਾਲ ਦੇਖ ਕੇ ਸਮਝ ਸਕਦੇ ਹਾਂ ਕਿਹੜਾ ਰਾਜ ਉਹ ਕਦੋਂ ਤੋਂ ਕਦੋਂ ਤੱਕ ਹੋਇਆ। ਉਹਦੇ ਵਿੱਚ ਕੋਈ ਗੜਬੜ ਨਹੀਂ, ਕਿਉਂਕਿ ਸਾਡੇ ਬੰਦਿਆਂ ਨੇ ਮਾਰੀਆਂ ਗੱਪਾਂ। ਅਸੀਂ ਬਸ ਸ਼ਰਧਾਵਾਨ ਹੋ ਕੇ ਹਰ ਚੀਜ਼ ਨੂੰ, ਦਿਮਾਗ ਨੂੰ ਤਾਲਾ ਲਾ ਕੇ ਮੰਨਦੇ ਰਹੇ। ਸਾਨੂੰ ਜਾਗਣਾ, ਸਿੱਖ ਬਣਨਾ, ਜਾਗਦੇ ਰਹਿਣਾ। ਆਓ ਇੱਥੇ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ। ਵਿਚਾਰ ਕਰਦੇ ਹਾਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮਾफ़ ਕਰਨਾ। ਅੱਗੇ ਤੋਂ ਕੋਸ਼ਿਸ਼ ਕਰਾਂਗੇ ਸਭ ਸਹੀ ਹੋਵੇ। ਉਹੀ ਬੇਨਤੀ ਵਾਰ-ਵਾਰ, ਜੇ ਇਹ ਉਦਮ ਚੰਗਾ ਲੱਗਦਾ ਮੇਰੀ ਵੀਡੀਓ ਨੂੰ ਪਸੰਦ ਕਰੋ, ਲਾਈਕ ਕਰੋ, ਸ਼ੇਅਰ ਕਰੋ, ਸਾਂਝਾ ਕਰੋ, ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ